नमस्कार, बहुत स्वागत है आप सभी का। मैं हूं आपके साथ कमरुद्दीन खान। इस वक्त की सबसे बड़ी खबर सिद्धू पर रंधावा ने चुप्पी तोड़ दी है। इस वक्त की बड़ी खबर सिद्धू विवाद पर न्यूज 18 पर रंधावा ने एक्सक्लूसिव बातचीत की। सुखजिंदर रंधावा ने सिद्धू पर तीखा हमला बोला। सिद्धू माइग्रेट कर कांग्रेस में लाए गए, ये बड़े आरोप लगाए गए हैं। सिद्धू ने मेरा नहीं हाई कमान का अपमान किया है। हरीश रावत के कहने पर मैंने सिद्धू को रोका था, मेरी बारी थी, लेकिन सिद्धू खुद मंच पर गए और बोलने लगे। तो सिद्धू विवाद पर न्यूज 18 पर रंधावा ने एक्सक्लूसिवली बातचीत की। आइए आपको सुनवाते हैं। लंबे समय तो बाद नवजोत सिंह सिद्धू मोगा ਦੀ ਕਾਂਗਰਸ ਰੈਲੀ ਦੇ ਵਿੱਚ ਨਜ਼ਰ ਆਏ ਕਿਉਂਕਿ ਰਾਹੁਲ ਗਾਂਧੀ ਉਸ ਦਿਨ ਮੋਗਾ ਪਹੁੰਚੇ ਸੀ। ਪਰ ਉਸ ਤੋਂ ਬਾਅਦ ਰਾਹੁਲ ਗਾਂਧੀ ਦੇ 2 ਦਿਨ ਦੇ ਸਮਾਗਮ ਦੇ ਵਿੱਚ ਉਹ ਨਜ਼ਰ ਨਹੀਂ ਆਏ। ਕਾਰਨ ਕੀ ਸੀ? ਕਾਰਨ ਸੀ ਮੋਗਾ ਰੈਲੀ ਦੇ ਵਿੱਚ ਹੀ ਸਟੇਜ ਤੇ ਹੋਈ ਗਰਮਾ ਗਰਮੀ। ਨਵਜੋਤ ਸਿੰਘ ਸਿੱਧੂ ਨੇ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਟਾਈਮ ਖਤਮ ਹੋਣ ਦਾ ਦਿੱਤਾ ਇਸ਼ਾਰਾ ਸ਼ਾਇਦ ਨਹੀਂ ਮੰਨਿਆ ਤੇ ਬੜੇ ਹੀ ਆਪਣੇ ਸੁਭਾਅ ਦੇ ਮੁਤਾਬਕ ਉਹਨਾਂ ਨੇ ਜਿਹੜਾ ਰਿਐਕਟ ਕੀਤਾ। ਸਾਡੇ ਨਾਲ ਸੁਖਜਿੰਦਰ ਰੰਧਾਵਾ ਇਸ ਵੇਲੇ ਮੌਜੂਦ ਨੇ, ਕੈਬਨਿਟ ਮੰਤਰੀ ਜਿਹੜੇ ਮੋਗਾ ਵਾਲੇ ਪੂਰੇ ਸਮਾਗਮ ਦੇ ਇੰਚਾਰਜ ਸੀ। ਰੰਧਾਵਾ ਸਾਹਿਬ, ਉਸ ਦਿਨ ਹੋਇਆ ਕੀ ਸੀਗਾ? ਅਚਾਨਕ ਨਵਜੋਤ ਸਿੰਘ ਸਿੱਧੂ ਘਬਰਾਏ ਜੇ ਜਾਂ ਆਪਦੇ ਸੁਭਾਅ ਦੇ ਮੁਤਾਬਕ ਬੁਖਲਾਏ ਜੇ ਨਜ਼ਰ ਆਏ ਔਰ ਤੁਹਾਡੇ ਤੇ ਜਿਸ ਤਰ੍ਹਾਂ ਉਹਨਾਂ ਨੇ ਰਿਐਕਟ ਕੀਤਾ, ਕੀ ਕਿਹੜੀ ਪਰਚੀ ਤੁਸੀਂ ਰੱਖੀ ਸੀ? ਮੇਰੇ ਵੇਖੋ ਉੱਥੇ ਜਿਹੜੀ ਨੈਸ਼ਨਲ ਲੈਵਲ ਦੀ ਕੋਈ ਕਾਨਫਰੰਸ ਹੁੰਦੀ ਆ ਜਿੱਥੇ ਸਾਡੇ ਹਾਈ ਕਮਾਂਡ ਦੇ ਮੈਂਬਰ ਆਉਂਦੇ ਨੇ ਜਾਂ ਪ੍ਰੈਜ਼ੀਡੈਂਟ ਜਾਂ ਵਾਈਸ ਪ੍ਰੈਜ਼ੀਡੈਂਟ ਜਾਂ ਸਾਡੇ ਸੀਨੀਅਰ ਲੀਡਰ ਪਹੁੰਚਦੇ ਨੇ, ਉੱਥੇ ਜਿਹੜਾ ਸਟੇਜ ਦਾ ਜਿਹੜੀ ਕੰਡਕਟ ਕਰਨੀ ਹੁੰਦੀ ਆ ਉਹ ਜਨਰਲ ਸੈਕਟਰੀ ਜਿਹੜੇ ਇੰਚਾਰਜ ਹੁੰਦੇ ਨੇ ਜਾਂ ਜੋ ਸਾਡੇ ਸਟੇਟ ਦੇ ਇੰਚਾਰਜ ਹੁੰਦੇ ਉਹ ਡਿਸਾਈਡ ਕਰਦੇ ਕਿ ਕਿੰਨਾ ਕਿੰਨਾ ਆਦਮੀ ਨੇ ਬੋਲਣਾ, ਕੌਣ ਪਹਿਲਾਂ ਬੋਲੇਗਾ, ਕੌਣ ਸੈਕੰਡ, ਥਰਡ, ਫੋਰਥ ਕੌਣ ਬੋਲੇਗਾ। ਮੈਂ ਜਦੋਂ ਸਟੇਜ 'ਤੇ ਆਏ ਨੇ ਰਾਵਤ ਸਾਹਿਬ ਨੇ ਮੈਨੂੰ ਕਿਹਾ ਕਿ ਪਹਿਲਾਂ ਨਵਜੋਤ ਸਿੱਧੂ, ਫਿਰ ਆਪਣੇ PCC ਪ੍ਰੈਜ਼ੀਡੈਂਟ, ਫਿਰ ਚੀਫ ਮਿਨਿਸਟਰ ਔਰ ਫਿਰ ਰਾਹੁਲ ਜੀ ਬੋਲਣਗੇ। ਤੇ ਉਹਦੇ ਬਾਅਦ ਰਾਹੁਲ ਜੀ ਨੇ ਕਿਹਾ ਕਿ ਨਹੀਂ, ਇਹ ਚੀਫ ਮਿਨਿਸਟਰ ਸਾਹਿਬ ਤੋਂ ਬਾਅਦ ਰਾਵਤ ਜੀ ਬੋਲਣਗੇ। ਆਹ 5 ਆਦਮੀਆਂ ਦਾ ਡਿਸਾਈਡ ਸਟੇਜ 'ਤੇ ਹੋ ਗਿਆ। ਤੇ ਉਹਦੇ ਬਾਅਦ ਮੈਂ ਸਟੇਜ ਸਟਾਰਟ ਕਰ ਦਿੱਤੀ। ਮੈਂ ਕਿਹਾ ਕਿ ਸਰਦਾਰ ਨਵਜੋਤ ਸਿੰਘ ਜੀ ਸਿੱਧੂ ਜਿਹੜੇ ਸਾਡੇ ਬਹੁਤ ਪੁਰਾਣੇ ਸਾਡੇ ਮੰਤਰੀ ਰਹੇ ਨੇ ਔਰ ਬੜੀ ਲੋਕਾਂ ਦੇ ਵਿੱਚ ਇਹਨਾਂ ਦੀ ਡਿਮਾਂਡ ਤੁਸੀਂ ਸਾਰਾ ਲਾਈਵ ਸੁਣਿਆ ਹੀ ਆ, ਉਹ ਹੁਣ ਸੰਬੋਧਨ। ਪਰ ਜੋ ਮੈਂ ਉਹਨਾਂ ਦੀ ਬਾਡੀ ਲੈਂਗੁਏਜ ਵੇਖੀ, ਮੈਨੂੰ ਅਫਸੋਸ ਹੋਇਆ ਕਿ ਜਿਸ ਆਦਮੀ ਦੇ ਨਾਲ, ਜਿਸ ਆਦਮੀ ਨੂੰ ਜਦੋਂ ਵੀ ਅਕਾਲੀ ਦਲ ਨੇ ਅੰਦਰ ਘੇਰਨ ਦੀ ਕੋਸ਼ਿਸ਼ ਕੀਤੀ, ਸੁਖਜਿੰਦਰ ਸਿੰਘ ਰੰਧਾਵਾ ਨੇ ਹਮੇਸ਼ਾ ਨਵਜੋਤ ਸਿੰਘ ਸਿੱਧੂ ਦੇ ਨਾਲ ਮੋਢੇ ਨਾਲ ਮੋਢਾ ਖੜਾ ਹੋ ਕੇ ਅਕਾਲੀ ਦਲ ਦਾ ਮੁਕਾਬਲਾ ਕੀਤਾ। ਮੈਂ ਉਹ ਤਾਂ ਕਰਦਾ ਸੀ ਕਿ ਮੇਰੀ ਪਾਰਟੀ ਆ, ਮੇਰੀ ਆਪਣੀ ਕਾਂਗਰਸ ਪਾਰਟੀ ਦੇ ਕਿਸੇ ਮਿਨਿਸਟਰ ਨੂੰ ਜੇ ਅਕਾਲੀ ਦਲ ਜਾਂ ਆਪੋਜੀਸ਼ਨ ਬੁਲੀ ਕਰੇਗਾ ਤੇ ਮੇਰਾ ਕੰਮ ਸੀ ਕਿ ਮੈਂ ਉਹਨੂੰ ਸਪੋਰਟ ਕਰਦਾ। ਤੁਹਾਨੂੰ ਯਾਦ ਹੋਣਾ ਜਦੋਂ ਲਾਸਟ ਸੈਸ਼ਨ ਜਦੋਂ ਅਜੇ ਨੇ ਰਿਜ਼ਾਈਨ ਨਹੀਂ ਕੀਤਾ ਸੀ, ਉਹਦੇ ਤੋਂ ਬਾਅਦ ਜਲਦੀ ਰਿਜ਼ਾਈਨ ਕਰ ਦਿੱਤਾ। ਕਾਫੀ ਤਲਖ ਮਾਹੌਲ ਹੋ ਗਿਆ ਸੀ ਵਿਧਾਨ ਸਭਾ ਦੇ ਅੰਦਰ, ਜਦੋਂ ਬਹੁਤ ਤੁਸੀਂ ਦੇਖਿਆ ਉੱਥੇ ਸਾਰੇ ਕਿ ਬਹੁਤ ਜ਼ਿਆਦਾ ਤਲਖ ਮਾਹੌਲ ਹੋ ਗਿਆ ਔਰ ਸਾਰੇ ਹੀ ਅਕਾਲੀ ਆ ਕੇ ਇਹਦੇ ਅੱਗੇ ਖੜੇ ਹੋ ਕੇ ਹੱਥੋਂ ਪਾਈ ਤੱਕ ਪਹੁੰਚ ਗਏ। ਤੇ ਮੇਰਾ ਖਿਆਲ ਹੈ ਕਿ ਸਭ ਤੋਂ ਪਹਿਲਾਂ ਸੁਖਜਿੰਦਰ ਸਿੰਘ ਰੰਧਾਵਾ ਇਹਦੀ ਸਪੋਰਟ 'ਤੇ ਆਇਆ ਸੀ। ਤੇ ਅੱਜ ਉਸ ਬੰਦੇ ਨੂੰ ਜਿਹਨੇ ਹਮੇਸ਼ਾ ਹੀ ਇਹਦੀ ਸਪੋਰਟ ਆਣ ਕੇ ਕੀਤੀ, ਅਕਾਲੀ ਦਲ ਦੇ ਨਾਲ ਇਹਦੇ ਨਾਲ ਲੜਾਈ, ਮੋਢੇ ਨਾਲ ਮੋਢਾ ਜੋੜ ਕੇ ਲੜਾਈ ਲਈ, ਉਹੋ ਜਿਹੇ ਬੰਦੇ ਨਾਲ ਇੱਦਾਂ ਦੀ ਗੱਲ ਕਰਨੀ ਮੇਰੇ ਮਨ ਨੂੰ ਤੇ ਜ਼ਰੂਰ ਦੁੱਖ ਪਹੁੰਚਾ। ਮੈਨੂੰ ਨਹੀਂ ਲੱਗਦਾ ਕਿ ਇਹਨੂੰ ਕਦੇ ਵੀ, ਕਿਉਂਕਿ ਇਹਦਾ ਜਿਹੜੀ ਨੇਚਰ ਆ ਕਿ ਕੀ ਬੋਲਦਾ ਰਿਹਾ ਰਾਹੁਲ ਗਾਂਧੀ ਬਾਰੇ, ਕੀ ਬੋਲਦਾ ਰਿਹਾ ਸੋਨੀਆ ਗਾਂਧੀ ਬਾਰੇ, ਕੀ ਡਾਕਟਰ ਮਨਮੋਹਨ ਸਿੰਘ ਜੀ ਬਾਰੇ ਬੋਲਦਾ ਰਿਹਾ, ਇਹ ਜਿਹੜੀਆਂ ਚੀਜ਼ਾਂ ਨੇ ਬੜੀਆਂ ਸਹਿਜ ਬਾਤ। ਮੇਰੀ ਆਪਣੀ ਪਾਰਟੀ ਆ, ਮੈਨੂੰ ਵੀ ਗੁੱਸਾ ਆ ਸਕਦਾ, ਤੁਸੀਂ ਕਹਿੰਦਾ ਤਲਖ ਮੈਨੂੰ ਵੀ ਲੋਕੀ ਕਹਿੰਦੇ ਕਿ ਸੁਖਜਿੰਦਰ ਸਿੰਘ ਰੰਧਾਵਾ ਵੀ ਸ਼ਾਰਟ ਟੈਂਪਰਡ ਆ। ਪਰ ਉਸ ਦਿਨ ਬੜੇ ਤੁਸੀਂ ਕੂਲ ਨਜ਼ਰ ਆਏ। ਮੈਂ ਉੱਥੇ ਆਪਣੀ ਮੇਰੀ ਪਾਰਟੀ ਦਾ ਲੀਡਰ ਬੈਠਾ ਸੀ, ਮੇਰੀ ਸਾਰੀ ਪਾਰਟੀ ਮੇਰੇ ਸਾਹਮਣੇ ਬੈਠੀ ਸੀ। ਉੱਥੇ ਮੈਨੂੰ ਆਪਣੀ ਰਿਸਪੈਕਟ ਦੇ ਨਾਲੋਂ ਆਪਣੀ ਪਾਰਟੀ ਦੀ ਇੱਜ਼ਤ ਜਿਹੜੀ ਸੀ ਉਹ ਜ਼ਿਆਦਾ ਪਿਆਰੀ ਸੀ। ਤੇ ਉੱਥੇ ਇਹੋ ਜਿਹੀ ਗੱਲ ਨਾ ਹੋ ਜੇ ਜੋ ਕੁਝ ਹੋਣਾ। ਦੇਖੋ ਪਾਰਟੀਆਂ ਲਈ ਅੱਜ ਮੈਂ ਮਿਨਿਸਟਰ ਹਾਂ, ਮੇਰੇ ਫਾਦਰ ਮਿਨਿਸਟਰੀ ਰਹੇ, ਮੇਰੇ ਦਾਦਾ ਜੀ ਇਸ ਕਾਂਗਰਸ ਪਾਰਟੀ ਦੇ ਵਿੱਚ ਰਹੇ, ਮੇਰੀ 3rd ਜਨਰੇਸ਼ਨ ਹੈ। ਪਰ ਉੱਥੇ ਮੈਂ ਆਪਣੀ ਪਾਰਟੀ ਨੂੰ ਜੇ ਕੋਈ ਨੁਕਸਾਨ ਹੁੰਦਾ ਤਾਂ ਉਹ ਮੇਰੇ ਕੋਲ ਬਰਦਾਸ਼ਤ ਨਹੀਂ ਹੋ ਸਕਦੀ। ਉਹ ਮੈਂ ਆਪਣੀ ਬੇਇੱਜ਼ਤੀ ਜਿਹੜੀ ਆ ਉੱਥੇ ਕਰ ਗਿਆ, ਉਹਨੇ ਕਰ ਦਿੱਤੀ, ਕੋਈ ਗੱਲ ਨਹੀਂ। ਪਰ ਮੈਂ ਆਪਣੀ ਪਾਰਟੀ ਨੂੰ ਮੈਂ ਉੱਥੇ ਨਹੀਂ ਆਂਚ ਆਉਣ ਦਿੱਤੀ, ਆਪਣੀ ਪਾਰਟੀ ਦਾ ਪੂਰਾ ਉੱਥੇ ਡੈਕਰਮ ਰੱਖਿਆ। ਇਹ ਉਹ ਬੰਦੇ ਕਰਦੇ ਨੇ
ਜਿਹੜੇ ਪਾਰਟੀ ਨੂੰ ਸਿੰਸੀਅਰ ਨਹੀਂ ਹੁੰਦੇ। ਉਸ ਤੋਂ ਬਾਅਦ ਨਾਰਾਜ਼ ਵੀ ਉਹੀ ਉਹ ਤਲਖ ਵੀ ਹੋ ਕੇ ਗਏ ਤੇ ਉਸ ਤੋਂ ਬਾਅਦ ਸ਼ਾਇਦ ਨਾਰਾਜ਼ ਵੀ ਹੋ ਗਏ, 2 ਦਿਨ ਬਾਅਦ ਦੇ ਵਿੱਚ ਆਏ ਵੀ ਨਹੀਂ। ਇਹਦੇ ਬਾਰੇ ਤੇ ਮੇਰਾ ਸਿਰਫ ਕੰਮ ਚੱਕਰ ਪਿੰਡ ਤੱਕ ਸੀਗਾ, ਜਿੱਥੋਂ ਤੱਕ ਮੈਂ ਉਹਨਾਂ ਨੂੰ ਛੱਡ ਕੇ ਆਉਣਾ ਸੀ। ਉਹਦੇ ਬਾਅਦ ਕੋਈ ਆਉਂਦਾ ਜਾਂ ਨਹੀਂ ਆਉਂਦਾ, ਹਾਂ ਇੱਕ ਜ਼ਰੂਰ ਹੈ ਕਿ ਫਸਟ ਟਾਈਮ ਪੰਜਾਬ ਦੀ ਹਿਸਟਰੀ 'ਚ ਹੋਇਆ ਕਿ ਕਿਸੇ ਲੀਡਰ ਨੂੰ ਇੰਨੀ ਵੱਡੀ ਰਿਸਪੈਕਟ ਦਿੱਤੀ ਹੋਏ। ਉਹਦੇ ਘਰ ਕਾਂਗਰਸ ਦਾ ਜਨਰਲ ਸੈਕਟਰੀ ਜਾਂ ਇੰਚਾਰਜ ਉਹਦੇ ਘਰੋਂ ਜਾ ਕੇ ਲੈ ਕੇ ਆਏ, ਤੇ ਜੇ ਇੰਨੀ ਰਿਸਪੈਕਟ ਦੇ ਬਾਵਜੂਦ ਅਸੀਂ ਉਹਨੂੰ ਨਹੀਂ ਬਰਕਰਾਰ ਰੱਖਣਾ, ਮੇਰੇ ਖਿਆਲ ਇਹਦੇ 'ਚ ਕਿਤੇ ਨਾ ਕਿਤੇ ਤੇ ਕੋਈ ਹੈ। ਇੱਕ ਨਵਜੋਤ ਸਿੰਘ ਸਿੱਧੂ ਨੇ ਇੱਕ ਗੱਲ ਕਹੀ ਸੀ ਜਦੋਂ ਉਹਨਾਂ ਨੇ ਤੁਹਾਨੂੰ ਆਪਦਾ ਉਸ ਵੇਲੇ ਤਲਖ ਹੋਏ ਜਦੋਂ, ਤਾਂ ਉਹਨੇ ਕਿਹਾ ਸੀ ਕਿ ਘੋੜੇ ਨੂੰ ਇਸ਼ਾਰਾ ਹੀ ਕਾਫੀ ਹੈ ਤੇ ਲੱਤਾਂ ਕਿਸੇ ਹੋਰ ਦੇ ਮਾਰੀ, ਇਸ ਤਰ੍ਹਾਂ ਦੀ ਵਰਡਿੰਗ ਉਹਨੇ ਯੂਜ਼ ਕੀਤੀ। ਕਹਿੰਦੇ ਮੈਨੂੰ ਪਹਿਲਾਂ ਵੀ ਬਿਠਾਈ ਰੱਖਿਆ ਸੀ। ਮੈਨੂੰ ਲੱਗਦਾ ਹੈ ਕਿ ਸ਼ਾਇਦ ਰਾਹੁਲ ਗਾਂਧੀ ਦੀ ਇੱਕ ਪਹਿਲਾਂ ਵੀ ਰੈਲੀ ਹੋਈ ਸੀ ਮੋਗਾ ਦੇ ਵਿੱਚ, ਔਰ ਇੰਚਾਰਜ ਉੱਥੇ ਵੀ ਤੁਸੀਂ ਹੋਈ ਸੀ। ਉਹ ਪੁਰਾਣਾ ਗੁੱਸਾ ਤਾਂ ਨਹੀਂ ਆ ਗਿਆ ਕਿਉਂਕਿ ਉਦੋਂ ਬੋਲਣ ਨਹੀਂ ਦਿੱਤਾ ਗਿਆ ਸੀ ਨਵਜੋਤ ਸਿੰਘ ਸਿੱਧੂ ਨੂੰ, ਔਰ ਤਿਆਰੀ ਕਰਕੇ ਆਏ ਸੀ ਨਵਜੋਤ ਸਿੰਘ ਸਿੱਧੂ, ਉਦੋਂ ਵੀ ਕਾਫੀ ਨਾਰਾਜ਼ ਹੋਏ ਸੀ ਉਹ। ਦੇਖੋ, ਕਾਂਗਰਸ ਦੇ ਵਿੱਚ ਸਰਦਾਰ ਨਵਜੋਤ ਸਿੰਘ ਸਿੱਧੂ ਤੋਂ ਬਹੁਤ ਸੀਨੀਅਰ ਲੀਡਰ ਵੀ ਕੀ ਹੈਗੇ ਨੇ। ਉੱਥੇ ਚਰਨਜੀਤ ਸਿੰਘ ਚੰਨੀ ਵੀ ਬੈਠੇ ਸੀ ਜਿਹੜੇ ਸਾਡੇ CLP ਦੇ ਲੀਡਰ ਵੀ ਰਹੇ ਨੇ। ਉੱਥੇ ਆਪਣੇ ਮਨਪ੍ਰੀਤ ਸਿੰਘ ਬਾਦਲ ਵੀ ਜਿਹੜੇ ਬਹੁਤ ਸੋਹਣਾ ਬੋਲਦੇ ਨੇ ਉਹ ਵੀ ਬੈਠੇ ਸੀ। ਜੇ ਆਪਾਂ ਸੀਨੀਅਰਟੀ ਵੇਖੀਏ ਤੇ ਫਿਰ ਚੰਨੀ ਸਾਹਿਬ ਦੀ ਵੀ ਸੀਨੀਅਰਟੀ ਬਣਦੀ ਸੀ। ਫਿਰ ਉਹਦੀ ਕਿਉਂਕਿ ਉਹਨਾਂ ਦਾ ਏਰੀਆ ਸੀਗਾ ਸਰਦਾਰ ਮਨਪ੍ਰੀਤ ਸਿੰਘ ਬਾਦਲ ਦਾ, ਉਹਨਾਂ ਨੇ ਕਿਸੇ ਨੇ ਕਿੰਤੂ ਪਰੰਤੂ ਨਹੀਂ ਕੀਤਾ ਕਿ ਅਸੀਂ ਕਿਉਂ ਨਹੀਂ ਬੋਲੇ ਜਾਂ ਕੀ ਲੱਤਾਂ ਮਾਰੋ ਜਾਂ ਨਾ ਮਾਰੋ। ਮੈਨੂੰ ਸਮਝ ਨਹੀਂ ਆਈ ਕਿ ਕਿੰਨੇ ਲੱਤਾਂ ਮਾਰੀਆਂ ਤੇ ਕਿੰਨੇ ਨਹੀਂ ਮਾਰੀਆਂ, ਇਹ ਤੇ ਹੁਣ ਨਵਜੋਤ ਸਿੰਘ ਸਿੱਧੂ ਦੱਸ ਸਕਦਾ। ਪਰ ਮੈਂ ਹਮੇਸ਼ਾ ਇਹਨੂੰ ਜਿਹੜੇ ਲੱਤਾਂ ਮਾਰਦੇ ਹੁੰਦੇ ਸੀ ਅਸੈਂਬਲੀ ਦੇ ਵਿੱਚ, ਮੈਂ ਜ਼ਰੂਰ ਇਹਦੇ ਨਾਲ ਉਹਨਾਂ ਦੀਆਂ ਲੱਤਾਂ ਰੋਕਣ ਲਈ ਇਹਦੇ ਨਾਲ ਖਲੋਂਦਾ ਸੀ। ਮੈਨੂੰ ਇੱਕ ਜ਼ਰੂਰ ਲੱਗ ਗਿਆ ਪਤਾ ਕਿ ਇਹੋ ਜਿਹੇ ਬੰਦੇ ਜਿਹੜੇ ਅਨਪ੍ਰੈਡਿਕਟੇਬਲ ਜਿਹੇ ਹੁੰਦੇ ਨੇ, ਉਹਨਾਂ ਲਈ ਸੋਚ ਸਮਝ ਕੇ ਸਾਥ ਦੇਣਾ ਚਾਹੀਦਾ। ਕਿਵੇਂ ਦੇਖਦੇ ਹੋ ਵੈਸੇ ਕਿ ਆਉਣ ਵਾਲੇ ਟਾਈਮ ਵਿੱਚ ਮੈਨੂੰ ਦੁੱਖ ਲੱਗਾ ਕਿ ਜਿਸ ਬੰਦੇ ਦਾ ਮੈਂ ਬਹੁਤ ਸਾਥ ਦਿੱਤਾ, ਤੁਸੀਂ ਆਪ ਸਾਰੀ ਅਸੈਂਬਲੀ ਨੂੰ ਦੇਖਦੇ ਰਹੋ, ਲੋਕੀ ਲਾਈਵ ਦੇਖਦੇ ਰਹੇ ਨੇ, ਉਹੋ ਜਿਹੇ ਬੰਦੇ ਨੇ ਇਹੋ ਜਿਹੀ ਹਰਕਤ ਕਰਕੇ ਮੇਰੇ ਮਨ ਤੋਂ ਤਾਂ ਜ਼ਰੂਰ ਉਤਰ ਗਿਆ। ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਦੇਖੋ ਤੁਹਾਡੀ ਪਾਰਟੀ ਲਗਾਤਾਰ ਕੋਸ਼ਿਸ਼ਾਂ ਕਰਦੀ ਆ ਰਹੀ ਹੈ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਕਈ ਵਾਰੀ ਸਿੱਧਾ ਦੇਖਿਆ ਆਪਾਂ ਦੋਵਾਂ ਦੇ ਵਿੱਚ ਆਮਣੇ ਸਾਹਮਣੇ ਵਾਲੀ ਸਥਿਤੀ ਜਿਹੜੀ ਹੈ ਪੈਦਾ ਹੋਈ ਹੈ। ਇਹ ਤਾਂ ਕਹਿੰਦੇ ਸੀ ਕਿ ਕੌਣ ਕੈਪਟਨ, ਇੱਥੋਂ ਤੱਕ ਵੀ ਇਹਨਾਂ ਨੇ ਕਿਹਾ, ਇਸ ਤਰ੍ਹਾਂ ਦਾ ਇਹਨਾਂ ਦਾ ਸੁਭਾਅ ਸੀ। ਪਰ ਬਾਵਜੂਦ ਇਸ ਦੇ ਕਾਂਗਰਸ ਨੂੰ ਕੀ ਲੱਗਦਾ ਹੈ ਕਿ ਜਿਹੜਾ ਲੋਕਾਂ ਦੇ ਵਿੱਚ ਇੱਕ ਚਿਹਰਾ ਹੈ ਨਵਜੋਤ ਸਿੰਘ ਸਿੱਧੂ ਦਾ, ਤਾਂ ਕਾਂਗਰਸ ਮਜਬੂਰ ਹੋ ਜਾਂਦੀ ਹੈ ਵਾਰੀ-ਵਾਰੀ ਜਾ ਕੇ ਨਵਜੋਤ ਸਿੰਘ ਸਿੱਧੂ ਨੂੰ ਬਣਾਉਣ ਦੀ ਤੁਸੀਂ ਕੋਸ਼ਿਸ਼ ਕਰਦੇ ਆ। ਉਹਨੂੰ ਡਿਪਟੀ CM ਬਣਾਉਣ ਤੱਕ ਦੀ ਗੱਲ ਹੋਈ, ਉਹਨੂੰ ਕਾਂਗਰਸ ਪ੍ਰਧਾਨ ਬਣਾਉਣ ਤੱਕ ਦੀ ਗੱਲ ਹੋਈ। ਦੇਖੋ, ਕਾਂਗਰਸ ਇਹੋ ਜਿਹੀ ਪਾਰਟੀ ਆ ਕਿ ਜਿਹੜਾ ਇਹਦੇ 'ਚ ਆਵੇ ਉਹਨੂੰ ਬਹੁਤ ਛੇਤੀ ਛੱਡਦੀ ਨਹੀਂ। ਕਾਂਗਰਸ ਨੂੰ ਕੋਈ ਪਿੱਠ ਦੇ ਜੇ ਤੇ ਦੇ ਸਕਦਾ, ਕਾਂਗਰਸ ਪਾਰਟੀ ਸਾਡੀ ਕਦੀ ਵੀ ਕਿਸੇ ਨੂੰ ਪਿੱਠ ਨਹੀਂ ਦਿੰਦੀ। ਇਹ ਜਿਹੜੀਆਂ ਚੀਜ਼ਾਂ ਨੇ ਕਿ ਇਹਨੂੰ ਡਿਪਟੀ CM ਬਣਾਉਣਾ ਜਾਂ ਨਹੀਂ ਬਣਾਉਣਾ ਜਾਂ PCC ਪ੍ਰੈਜ਼ੀਡੈਂਟ ਬਣਾਉਣਾ, ਮੇਰੇ ਖਿਆਲ ਤੁਹਾਡੀਆਂ ਜਿਹੜੀਆਂ ਨੇ ਹੈਗੀਆਂ ਨੇ, ਤੁਸੀਂ ਆਊਟ ਅਥਾਰਟੀ ਤੁਹਾਡੇ ਨੇ। ਇਹ ਤੇ ਜਿਸ ਦਿਨ ਤੇ ਹਾਈ ਕਮਾਂਡ ਚਾਹਵੇ ਕਿ ਅਸੀਂ ਅੱਜ ਡਿਪਟੀ CM ਬਣਾਉਣਾ, ਉਹਨਾਂ ਨੂੰ ਅਖਬਾਰਾਂ 'ਚ ਜਾਣ ਦੀ ਲੋੜ ਨਹੀਂ। PCC ਪ੍ਰੈਜ਼ੀਡੈਂਟ ਬਣਾਉਣ ਲਈ ਪਹਿਲਾਂ ਡਿਬੇਟ ਨਹੀਂ ਕਰਵਾਈ ਜਾਂਦੀ, ਉਹ ਉੱਥੋਂ ਹਾਈ ਕਮਾਂਡ ਉਹ ਆਪਣਾ ਲਿਖ ਕੇ ਭੇਜ ਦਿੰਦੇ। ਇਸ ਜਿਹੜੀਆਂ ਚੀਜ਼ਾਂ ਨੇ ਇਹਦੇ 'ਚ ਮੈਂ ਕਦੀ ਵੀ ਇਹੋ ਜਿਹੀ ਨਹੀਂ ਚੀਜ਼ ਕਰੂੰਗਾ ਕਿ ਜਿਹਦੇ 'ਚ ਪਾਰਟੀ ਦਾ ਨੁਕਸਾਨ ਹੋਏਗਾ। ਮੇਰਾ ਤਾਂ ਇਹੀ ਆ, ਮੇਰੇ ਤਾਂ ਫਿਰ ਇਹ ਵੀ ਹੋ ਸਕਦਾ ਕਿ ਮੈਂ ਕਾਂਗਰਸ ਦੇ ਵਿੱਚ ਬਹੁਤ ਕੰਮ ਕੀਤਾ, ਮੇਰਾ ਵੀ ਮਨ ਕਰਦਾ ਸੀ ਮੈਂ ਪਹਿਲੇ ਦਿਨ ਮਿਨਿਸਟਰ ਬਣਦਾ। ਮੈਂ ਸੈਕੰਡ ਟਾਈਮ ਬਣਿਆ ਕਿਉਂਕਿ ਮੇਰੇ ਤੋਂ ਪਹਿਲਾਂ ਮੇਰੇ ਸੀਨੀਅਰ ਮੰਤਰੀ ਜਿਹੜੇ ਬਣੇ ਨੇ ਉਹ ਮੇਰੇ ਤੋਂ ਸੀਨੀਅਰ MLA ਬੈਠੇ ਸੀ। ਉਹਦੇ 'ਚ ਕਿੱਦਾਂ ਚੰਨੀ ਸਾਹਿਬ ਨੂੰ ਇਗਨੋਰ ਕੀਤਾ ਜਾ ਸਕਦਾ, ਕਿਵੇਂ ਤ੍ਰਿਪਤ ਬਾਜਵਾ ਕੀਤਾ ਜਾ ਸਕਦਾ ਸੀ, ਕਿਵੇਂ ਉਹਨੂੰ ਆਪਣੇ ਮਨਪ੍ਰੀਤ ਬਾਦਲ ਨੂੰ ਜਿਹੜਾ 3 ਵਾਰੀ ਰਹਿ ਕੇ ਉਹਨਾਂ ਦੇ ਅਕਾਲੀ ਦਲ ਦੇ ਵਿੱਚੋਂ ਸਾਡੇ ਕੋਲ ਪਹਿਲਾਂ ਆ ਗਏ, ਕਿਵੇਂ ਉਹਨਾਂ ਨੂੰ ਇਗਨੋਰ ਕੀਤਾ ਜਾ ਸਕਦਾ ਸੀ। ਇਹ ਜਿਹੜੀਆਂ ਚੀਜ਼ਾਂ ਨੇ ਸੀਨੀਅਰਿਟੀ ਦੇਖਣੀ ਪੈਂਦੀ ਆ, ਔਰ ਪਾਰਟੀ ਜਿਹੜੀ ਹੈ ਇਹ ਉੱਪਰ ਹੈ, ਸੁਪਰੀਮ ਹੈ, ਇਹ ਉਹਦੇ ਪਾਰਟੀ ਲਈ ਕੁਛ ਵੀ ਨਹੀਂ। ਜੇ ਨਵਜੋਤ ਸਿੰਘ ਸਿੱਧੂ ਨੂੰ ਮੰਨ ਲਓ, ਚਲੋ ਇਹ ਤਾਂ ਚਰਚਾਵਾਂ ਰਹੀਆਂ ਨੇ, ਹਾਲਾਂਕਿ ਹਲੇ ਵੀ ਕੋਈ ਕਲੈਰਿਟੀ ਨਹੀਂ ਹੈ। ਮੰਨ ਲਓ ਜੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਉਣ ਦੀ ਗੱਲ ਆਉਂਦੀ ਆ ਤਾਂ ਸੁਖਜਿੰਦਰ ਸਿੰਘ ਰੰਧਾਵਾ ਪ੍ਰਵਾਨ ਕਰਨਗੇ ਕਿ ਨਵਜੋਤ ਸਿੰਘ ਸਿੱਧੂ ਪ੍ਰਧਾਨ ਹੋਣ ਜਾਂ ਫਿਰ ਡਿਪਟੀ CM ਹੋਣ? ਬੇਦੀ ਵੇਖੋ, ਇਹ ਹਾਈ ਕਮਾਂਡ ਦੀ ਗੱਲ ਆ, ਹਾਈ ਕਮਾਂਡ ਜਿਹਨੂੰ ਕਰੇਗੀ, ਪਰ ਇਹ ਜ਼ਰੂਰ ਹੈ ਕਿ ਥੋੜਾ ਜਿਹਾ ਆਪਣਾ ਲੋ ਪ੍ਰੋਫਾਈਲ ਹੋ ਜਾਂਦੀ। ਕਾਂਗਰਸ ਨੂੰ ਤੇ ਕਦੇ ਵੀ ਮੈਂ ਤੁਹਾਨੂੰ ਪਹਿਲਾਂ ਦੱਸ ਦਿੱਤਾ ਕਿ 1921 'ਚ ਮੇਰੇ ਗ੍ਰੈਂਡਫਾਦਰ ਨੇ ਕਾਂਗਰਸ ਜੁਆਇਨ ਕੀਤੀ ਤੇ ਅੱਜ ਤੱਕ ਸਾਡੇ ਪਰਿਵਾਰ ਨੇ ਇੱਕ ਵਾਰ ਪਾਰਟੀ ਨਹੀਂ ਛੱਡੀ। ਪਰ ਅਫਸੋਸ ਇਸ ਗੱਲ ਦਾ ਕਈ ਵਾਰ ਆ ਜਾਂਦਾ ਕਿ ਜਿਹੜੇ ਪਾਰਟੀ ਛੱਡ ਕੇ ਜਦੋਂ ਅੱਗੇ ਆ ਕੇ ਬੈਠਦੇ ਆ ਉਦੋਂ ਮਨ ਨੂੰ ਜ਼ਰੂਰ ਦੁੱਖ ਲੱਗਦਾ।
ਨਵਜੋਤ ਸਿੰਘ ਸਿੱਧੂ ਦੇ ਬਿਨਾਂ ਸਰਦਾ ਨਹੀਂ ਕਾਂਗਰਸ ਦਾ, ਜਾਂ ਇਹ ਤੇ ਹਾਈ ਕਮਾਂਡ ਨੂੰ ਪਤਾ ਹੋਏਗਾ, ਇਹਦੇ ਬਾਰੇ ਮੈਨੂੰ ਕੋਈ ਪਤਾ ਨਹੀਂ। ਵਾਰੀ ਕੋਸ਼ਿਸ਼ਾਂ ਕੀਤੀਆਂ ਇਹਦੇ ਮਨਾਉਣ ਦੀਆਂ, ਇਹਦੇ ਬਾਰੇ ਉਹ ਦੱਸ ਸਕਦੇ ਨੇ, ਰਾਵਤ ਸਾਹਿਬ ਦੱਸ ਸਕਦੇ ਨੇ, ਜਿਹੜੇ ਉਹਦੇ ਘਰੇ ਜਾ ਕੇ ਆਏ ਆ ਜਾਂ ਗੱਡੀ 'ਚ ਲੈ ਕੇ ਆਏ ਨੇ, ਕਿਉਂਕਿ ਇੰਨੇ ਘੰਟੇ ਨਾਲ ਬੈਠਣਾ ਉਹਨਾਂ ਨੂੰ ਜ਼ਿਆਦਾ ਉਹਦੇ ਬਾਰੇ ਹੋਣਾ। ਜਿਸ ਬੰਦੇ ਨੇ ਰਾਵਤ ਸਾਹਿਬ ਦੀ ਰਿਸਪੈਕਟ ਨਹੀਂ ਕੀਤੀ, ਉਹਨਾਂ ਦੀ ਸਲਿੱਪ ਦੀ ਰਿਸਪੈਕਟ ਨਹੀਂ ਕੀਤੀ, ਤੇ ਰਾਵਤ ਸਾਹਿਬ ਹੁਣ ਉਹਨਾਂ ਕੋਲ ਕੀ ਚਾਹੁੰਦੇ ਨੇ? ਇਸ ਘਟਨਾ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਹੋਈ ਤੁਹਾਡੀ ਕੋਈ, ਜਾਂ ਕਿਸੇ ਹੋਰ ਨਾਲ? ਮੇਰੀ ਨਹੀਂ ਹੋਈ, ਮੈਂ ਨਾ ਮਿਲਿਆ ਤੇ ਨਾ ਉਹਨਾਂ ਨਾਲ ਮੇਰੀ ਗੱਲ ਹੋਈ ਆ। ਜਿੱਦਣ ਹੁਣ ਕੈਬਨਿਟ ਮੀਟਿੰਗ ਵੀ ਹੁਣ ਤੇ ਵਰਚੁਅਲ ਹੁੰਦੀ ਆ, ਉਹਦੇ ਤੇ ਵੀਡੀਓ ਕਾਨਫਰੰਸ ਤੇ ਹੋ ਜਾਂਦੀ, ਇਸ ਕਰਕੇ ਗੱਲਬਾਤ ਨਹੀਂ ਹੁੰਦੀ। ਜਿੱਦਣ ਕਿਤੇ ਮਿਲਾਂਗੇ, ਪਰ ਇਹਦੇ 'ਚ ਹੁਣ ਇਹ ਚੈਪਟਰ ਹੀ ਕਲੋਜ਼ ਆ। ਇਹ ਨਾ ਕੈਪਟਨ ਅਮਰਿੰਦਰ ਸਿੰਘ ਦੀ ਇਨਸਲਟ ਹੋਈ ਆ, ਨਾ ਸੁਖਜਿੰਦਰ ਸਿੰਘ ਰੰਧਾਵਾ ਦੀ, ਇਹ ਹਾਈ ਕਮਾਂਡ ਦੀ ਹੋਈ ਆ। ਇਹਦਾ ਜੇ ਦੇਖਣ ਤੇ ਹਾਈ ਕਮਾਂਡ ਦੇਖੇ ਕਿ ਕੀ ਆ, ਇਹਦੇ ਬਾਰੇ ਨਾ ਮੇਰੀ ਕੋਈ ਆ ਤੇ ਨਾ ਕੈਪਟਨ ਸਾਹਿਬ ਦੀ। ਆਪਣੇ ਪੰਜਾਬੀਆਂ ਦਾ ਸੁਭਾਅ ਜੀ, ਵੱਡਿਆਂ ਨੂੰ ਲੈ ਕੇ ਥੋੜਾ ਜਿਹਾ ਅਸੀਂ ਬੜਾ ਰਿਸਪੈਕਟ ਦਿੰਦੇ ਆ, ਚਾਹੇ ਉਹ ਆਪਦਾ ਹੋਵੇ ਚਾਹੇ ਬੇਗਾਨਾ ਹੋਵੇ, ਤਾਂ ਵੀ ਥੋੜਾ ਸੋਚਦੇ ਆ। ਹੋ ਸਕਦਾ ਉਸ ਵੇਲੇ ਗੁੱਸੇ ਦੇ ਵਿੱਚ ਜਦੋਂ ਬੋਲਦੇ ਆ ਮੂੰਹ ਨਿਕਲ ਗਿਆ ਹੋਵੇ। ਬਾਅਦ ਚ ਨਵਜੋਤ ਸਿੰਘ ਸਿੱਧੂ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿ ਵੱਡੇ ਬਾਈ ਕੋਈ ਗੱਲ ਨਹੀਂ, ਉਸ ਵੇਲੇ ਹਾਲਾਤ ਐਸੇ ਸੀ, ਮੇਰੇ ਮੂੰਹ ਚੋਂ ਨਿਕਲ ਗਿਆ। ਮੇਰੇ ਨਾਲ ਨਾ ਉਹਦੀ ਗੱਲ ਹੋਈ ਆ, ਔਰ ਮੇਰਾ ਖਿਆਲ ਹੈ ਕਿ ਜਦੋਂ ਦਾ ਨਵਜੋਤ ਸਿੰਘ ਸਿੱਧੂ ਨੇ ਰਿਜ਼ਾਈਨ ਕੀਤਾ, ਉਹਨੇ ਕਦੀ ਕੋਸ਼ਿਸ਼ ਵੀ ਨਹੀਂ ਕੀਤੀ ਗੱਲ ਕਰਨ ਦੀ। ਤੇ ਜੇ ਕਿਤੇ ਮੈਂ ਇੱਕ ਦੋ ਵਾਰ ਟੈਲੀਫੋਨ ਵੀ ਕੀਤਾ, ਕਿ ਨਾ ਹੀ ਉਹਦੇ ਕਦੀ ਟੈਲੀਫੋਨ ਸੁਣਨ ਦੀ ਕੋਸ਼ਿਸ਼ ਕੀਤੀ। ਮੰਨ ਲਓ ਨਵਜੋਤ ਸਿੱਧੂ ਹੁਣ ਆ ਜਾਂਦੇ ਨੇ, ਮੇਰਾ ਪਰਿਵਾਰ ਤੇ ਪਹਿਲਾਂ ਹੀ ਇਹੋ ਜਿਹਾ ਆ ਜਾਏਗਾ, ਤੇ ਮੈਨੂੰ ਮੈਂ ਉਹਦੇ ਵਰਗਾ ਨਹੀਂ ਗਾ ਕਿ ਮੈਂ ਕਿਸੇ ਦੀ ਇਨਸਲਟ ਕਰਾਂ। ਮੈਂ ਉੱਦਾਂ ਦਾ ਬੰਦਾ ਨਹੀਂ। ਤੁਹਾਨੂੰ ਪਤਾ, ਜਿਹੜਾ ਦੁਸ਼ਮਣ ਵੀ ਘਰ 'ਚ ਆ ਜੇ, ਉਹਨੂੰ ਵੀ ਪੰਜਾਬੀ ਦੀ ਫਿਤਰਤ ਹੈ ਕਿ ਉਹਨੂੰ ਪੂਰੇ ਆਨਰ ਦਿੱਤਾ ਜਾਂਦਾ। ਔਰ ਤੁਸੀਂ ਕਈ ਵਾਰ ਵੇਖਿਆ ਕਿ ਜੇ ਕੋਈ ਆ ਗਿਆ ਤੇ ਕਹਿ ਦਿੰਦੇ ਯਾਰ ਛੱਡੋ ਯਾਰ, ਮਿੱਟੀ ਪਾਓ ਹੁਣ ਕੰਮ ਤੇ, ਕਿ ਘਰੇ ਹੀ ਆ ਗਿਆ। ਘਰ ਆਏ ਬੰਦੇ ਨੂੰ ਕੋਈ ਵੀ ਕਦੀ ਪੰਜਾਬੀ ਉਹ ਨਹੀਂ, ਡਿਸਰਿਸਪੈਕਟ ਨਹੀਂ ਦੇ ਸਕਦਾ। ਪਰ ਜੋ ਵੀ ਹੋਇਆ ਉਹਨੇ ਗਲਤ ਕੀਤਾ। ਰੰਧਾਵਾ ਸਾਹਿਬ, ਇੱਕ ਤੁਹਾਡਾ ਤਾਜ਼ਾ ਬਿਆਨ ਸਾਹਮਣੇ ਆਇਆ, ਤੁਸੀਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਤਾਂ ਮਾਈਗ੍ਰੈਂਟ ਹੋ ਕੇ ਆਇਆ ਸੀ, ਪੁਰਾਣੇ ਕਾਂਗਰਸੀ। ਦੇਖੋ, ਜਿਹੜੀ ਇੰਨਾ ਚਿਰ ਜਿਹੜੇ ਬੀਜੇਪੀ 'ਚ ਰਹਿ ਕੇ ਤੇ ਉਹਦੇ ਬਾਅਦ ਕਾਂਗਰਸ 'ਚ ਆਉਣਾ, ਤੇ ਇਹੋ ਜਿਹੀ ਆਣ ਕੇ ਪੁਰਾਣੇ ਕਾਂਗਰਸੀ ਦੀ ਇਨਸਲਟ ਕਰਨੀ ਮੈਂ ਫੀਲ ਕੀਤਾ। ਤਾਂ ਸੁਖਜਿੰਦਰ ਸਿੰਘ ਰੰਧਾਵਾ ਕਹਿੰਦੇ ਨੇ ਕਿ ਲੰਬਾ ਸਮਾਂ ਨਵਜੋਤ ਸਿੰਘ ਸਿੱਧੂ ਬੀਜੇਪੀ ਦਾ ਹਿੱਸਾ ਰਹੇ ਨੇ, ਔਰ ਬੀਜੇਪੀ ਤੋਂ ਕਾਂਗਰਸ 'ਚ ਆ ਕੇ ਥੋੜਾ ਸਮਾਂ ਪਹਿਲਾਂ ਪੁਰਾਣੇ ਕਾਂਗਰਸੀਆਂ ਦੀ, ਸੀਨੀਅਰ ਕਾਂਗਰਸੀ ਲੀਡਰਾਂ ਦੀ ਅਗਰ ਇਨਸਲਟ ਕਰਦੇ ਨੇ ਤਾਂ ਉਹ ਮੰਦਭਾਗਾ ਹੈ। ਔਰ ਸਾਫ਼ ਤੌਰ ਤੇ ਜੀ, ਮੈਂ ਸੀਨੀਅਰ ਨਹੀਂ ਕਹਿੰਦਾ, ਮੈਂ ਆਪਣੇ ਆਪ ਨੂੰ ਸੀਨੀਅਰ ਨਹੀਂ ਸਮਝਦਾ, ਪਰ ਮੈਂ ਜ਼ਰੂਰ ਕਹਿ ਸਕਦਾ ਕਿ ਜਿਹੜੀਆਂ ਕਾਂਗਰਸ ਫੈਮਲੀਜ਼ ਨੇ, ਉਹਨਾਂ ਦੀ ਜ਼ਰੂਰ ਰਿਸਪੈਕਟ ਰੱਖਣੀ ਚਾਹੀਦੀ, ਚਾਹੇ ਚੰਗੀਆਂ ਜਾਂ ਮਾੜੀਆਂ ਹੈਗੇ ਤੇ ਕਾਂਗਰਸੀ। ਤਾਂ ਬਿਲਕੁਲ ਉਹੀ ਮਤਲਬ ਹੈ ਇਹਨਾਂ ਦਾ ਕਿ ਜਿਹੜੇ ਪੁਰਾਣੇ ਕਾਂਗਰਸੀ ਨੇ, ਜੋ ਉਹਨਾਂ ਦੀ ਆ ਕੇ ਕੋਈ ਨਵਾਂ ਸ਼ਖਸ ਇਸ ਤਰ੍ਹਾਂ ਇਨਸਲਟ ਕਰਦਾ ਤਾਂ ਬੇਹੱਦ ਮੰਦਭਾਗਾ ਹੈ। ਔਰ ਦੂਜੇ ਪਾਸੇ ਸਾਫ਼ ਕਰਦੇ ਨੇ ਕਿ ਉਹਨੇ ਬੇਸ਼ੱਕ ਜੋ ਵੀ ਕੀਤਾ, ਸੁਖਜਿੰਦਰ ਸਿੰਘ ਰੰਧਾਵਾ ਹਮੇਸ਼ਾ ਵਿਧਾਨ ਸਭਾ ਦੇ ਅੰਦਰ ਵੀ ਨਵਜੋਤ ਸਿੰਘ ਸਿੱਧੂ ਦੇ ਨਾਲ ਡਟੇ ਰਹੇ ਨੇ, ਔਰ ਹੁਣ ਵੀ ਅਗਰ ਨਵਜੋਤ ਸਿੰਘ ਸਿੱਧੂ ਇਹਨਾਂ ਦੇ ਕੋਲੇ ਆਉਂਦੇ ਨੇ ਤਾਂ ਉਹਦੇ ਵਾਲਾ ਬਿਹੇਵ ਹੈ ਜਿਹੜਾ, ਉਹਦੇ ਵਾਲਾ ਵਿਵਹਾਰ ਹੈ ਜਿਹੜਾ, ਕਦੇ ਨਹੀਂ ਕਰਨਗੇ। ਘਰ ਆਏ ਨੂੰ ਇਹ ਕਹਿੰਦੇ ਨੇ ਕਿ ਸਾਡਾ ਸੁਭਾਅ ਨਹੀਂ ਹੈ ਕਿ ਅਸੀਂ ਕਿਸੇ ਦੀ ਇਨਸਲਟ ਕਰੀਏ, ਪਰ ਨਵਜੋਤ ਸਿੰਘ ਸਿੱਧੂ ਨੇ ਜੋ ਕੀਤਾ ਬੇਹੱਦ ਗਲਤ ਕੀਤਾ, ਬੇਹੱਦ ਦੁੱਖ ਹੋਇਆ, ਸੁਖਜਿੰਦਰ ਸਿੰਘ ਰੰਧਾਵਾ ਕਹਿੰਦੇ ਨੇ। सहयोगी अशोक दे नाल नपिंदर सिंह बराड़, न्यूज़ 18 चंडीगढ़। और अब बात बड़ौदा उपचुनाव की, जिसको लेकर बीजेपी ने शक्ति प्रदर्शन करना शुरू कर दिया। कृषि कानूनों को लेकर गोहाना में ट्रैक्टर रैली की गई। कृषि कानूनों के लिए केंद्र सरकार का आभार जताया गया। धनखड़ ने पूर्व सीएम भूपेंद्र सिंह हुड्डा को निशाने पर लिया। बड़ौदा उपचुनाव बीजेपी जीतेगी, ऐसा भी दावा किया गया। आप सब लोग जो आए 6 बातों के लिए प्रधानमंत्री नरेंद्र मोदी का धन्यवाद। एक एक बात का जोरदार समर्थन करना। पहली बात का मोदी जी, हम आप इस बात के लिए आपका धन्यवाद करते हैं कि कांग्रेसी झूठ बोल रहे थे, एमएसपी पर नहीं बिकेगा, आपने हमारी चीनी हमारा बाजरा खरीद रहे हो, हम आपका धन्यवाद करते हैं, धन्यवाद करते हैं, धन्यवाद। हम दूसरी बात, आपने अपनी गेहूं की फसल का, सरसों की फसल का एमएसपी घोषित कर दिया, बढ़ा के कर दिया, उसके लिए भी मोदी जी हम आपका धन्यवाद करते हैं, हम आपका धन्यवाद करते हैं।
तो भिवानी में भी बीजेपी ने ट्रैक्टर रैली निकाली और जो कृषि कानून है उसके लिए केंद्र सरकार का आभार जताया। सांसद धर्मवीर के नेतृत्व में ट्रैक्टर रैली निकाली गई। कृषि कानूनों पर बीजेपी सांसद धर्मवीर सिंह ने कहा, एमएसपी और मंडियां पहले की तरह जारी रहेंगी। 23 फसलों पर सरकार एमएसपी दे रही है, चिंता करने की जरूरत नहीं। जिनके ऊपर सारी दुनिया विश्वास करती है, उन्होंने लोकसभा में भी, पार्लियामेंट में भी, बाहर भी स्पष्ट कर दिया, मिनिमम सपोर्ट प्राइस बिल्कुल नहीं ख़त्म होगी, बल्कि आई साल जो जिस प्रकार बढ़ाई अभी भी ये सपोर्ट प्राइस बढ़ेगी खाद्यान्न पदार्थ की। जो फसलें लगभग 23 फसल ऐसी हैं जिनके सपोर्ट प्राइस भारत सरकार निश्चित करती है। मंडियाँ बिल्कुल बंद नहीं होंगी। जो किसान मंडी में बेचना चाहता है मंडी में, और बाहर बेचना चाहता है बाहर। कि देश का आम आदमी प्रधानमंत्री पर विश्वास करता है और उनका 2 सूत्रीय कार्यक्रम है, किसान की आमदनी दुगनी करना, मंडीकरण जारी रहे और एमएसपी बंद ना हो। तो बीजेपी ने अपनी ट्रैक्टर रैली के जरिए कांग्रेस की खेती बचाओ यात्रा पर पलटवार किया। आपको याद दिला दूं कि राहुल गांधी के नेतृत्व में कांग्रेस ने पंजाब और हरियाणा में खेती बचाओ यात्रा निकाली थी, जिसमें राहुल गांधी ने कृषि कानूनों को लेकर सरकार को घेरा था और कृषि कानूनों के समर्थन में बीजेपी ने ट्रैक्टर रैली निकाली। एक तरह जहां गोहाना में ओपी धनखड़ समेत बीजेपी के तमाम बड़े नेता ट्रैक्टर रैली में पहुंचे, तो वहीं भिवानी में सांसद धर्मवीर की अगुवाई में ट्रैक्टर रैली निकाली गई। ट्रैक्टर रैली के जरिए बीजेपी ने केंद्र सरकार का आभार जताया और कृषि कानूनों के फायदे गिनाए। और सोनीपत की बड़ौदा उपचुनाव को लेकर इस वक्त की सबसे बड़ी खबर आ रही है। कल होगी बीजेपी चुनाव कमेटी की बैठक, तो इस वक्त की बड़ी खबर बड़ौदा उपचुनाव को लेकर बड़ी खबर आ रही है, जहां पर बीजेपी बड़ी बैठक करने जा रही है। कल बीजेपी चुनाव कमेटी की बैठक होगी, प्रत्याशियों के नाम पर मंथन होगा। प्रदेश बीजेपी अध्यक्ष ओपी धनखड़ का बड़ा बयान सामने आया। उन्होंने कहा कि विकास के मुद्दे पर, जी हां, जनता विकास के मुद्दे पर वोट करेगी। की हमारी इलेक्शन कमेटी की बैठक 10 तारीख को होगी। हरियाणा की दृष्टि से हम विचार करके एक पैनल तैयार करेंगे और जब इलेक्शन कमेटी केंद्र की होगी 10 के बाद जो भी, उसमें उसको लेके जाएंगे, तब आपको उम्मीदवार की जानकारी मिल जाएगी। बड़ौदा के लोगों को भी पता है कि अभी खजाने की चाबी 4 साल तक चंडीगढ़ की भी और दिल्ली की भी बीजेपी के पास है। बाकी पार्टी के लोग आएंगे तो केवल वाणी सेवा करेंगे, यानी बातें बताएंगे। 4 साल तक कोई विकास का काम कराने का सामर्थ्य उनका नहीं है। इसलिए भारतीय जनता पार्टी का प्रतिनिधि विजयी होता है तो वो खजाने की चाबी के नज़दीक होगा और उस नाते से तेज़ी के साथ बड़ौदा के विकास के काम होंगे। इसलिए बड़ौदा के लोग विकास के प्रति आकर्षित हैं और मुझे लगता है कि बड़ौदा का मैंडेट विकास के नाम पर आएगा। तो चाहे बीजेपी हो या कांग्रेस, दोनों ही बड़ौदा उपचुनाव को जीत का दावा कर रही हैं। वक्त एक छोटे से ब्रेक का। ब्रेक के बाद हाजिर हूं। बीजेपी की ट्रैक्टर रैली पर कांग्रेस ने पलटवार करना शुरू कर दिया, क्योंकि बीजेपी ने जिस तरीके से गोहाना में ट्रैक्टर रैली की थी, अब उसको लेकर कांग्रेस ने भी पलटवार करना शुरू कर दिया है। राहुल गांधी किसानों का दर्द समझते हैं, शैलजा ने कहा था, और अब इसको लेकर बीजेपी की ट्रैक्टर रैली पर कांग्रेस ने पलटवार किया। बीजेपी को किसानों के दर्द से कोई लेना देना नहीं। कांग्रेस कभी भी किसानों पर राजनीति नहीं करती। तो कांग्रेस प्रदेश अध्यक्ष कुमारी शैलजा ने और क्या कहा, आइए आपको सुनवाते हैं। आपने देखा पिछले दिनों किस तरह से लाठीचार्ज हुआ, किसानों को लहूलुहान किया गया और फिर कहने लगे कि लाठीचार्ज हुआ ही नहीं है। तो इस तरह की बातें यहाँ पर घट रही हैं। राहुल गांधी जी ने आकर अपना संदेश दिया और उससे सारे हरियाणा के किसान, मजदूर, सभी लोग राहुल जी से खुश हैं कि उन्होंने हमारी बात कही है। पहले दिन से राहुल गांधी जी ये बात कह रहे हैं कि ये तीनों कानून हमारे देश के किसान के हित में नहीं है। किसान को एमएसपी नहीं मिलेगा इसमें।
बुलेटिन में इतना ही, दीजिए इजाजत। ताज़ा तरीन खबरों के लिए आप देखते रहिए न्यूज़ 18 पंजाब, हरियाणा, हिमाचल। नमस्कार।